ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆइए कथा विचार ਸਰਵਣ ਕਰੀਏ ਗਿਆਨੀ ਜਸਵਿੰਦਰ ਸਿੰਘ ਜੀ ਪੌਂਟਾ ਸਾਹਿਬ ਵਾਲਿਆਂ ਤੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਤੇਰੇ ਕਵਨ ਕਵਨ ਗੁਣ ਕਹਿ ਕੈ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਕੋ ਤੂੰ ਠਾਕਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜਿਉ ਪਾਵੈ ਤਿਉ ਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨਾ ਕੋਈ ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਧ ਆਗੇ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਪੈ ਕਰੋ ਬੇਨੰਤੀ ਮੇਰਾ ਦੁੱਖ ਸੁਖ ਤੁਧ ਹੀ ਪਾਸ ਵਿੱਚ ਧਰਤੀ ਵਿੱਚ ਪਾਣੀ ਵਿੱਚ ਕਾਸਟ ਅਗਨ ਤਰਿ ਜੈ ਬਕਰੀ ਸਿੰਘ ਇਕ ਤੈ ਤਾਇ ਰਾਖੈ ਮਨ ਜਪ ਹਰ ਭਰਮ ਪਉ ਦੂਰ ਕੀਜੈ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣਿਆ ਮਾਣ ਦਿਵਾਏ ਜਿਉ ਧਰਤੀ ਚਰਨ ਤਲੈ ਤੇ ਉਪਰ ਆਵੈ ਤਿਉ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਰ ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਧ ਆਗੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪੈ ਕਰੋ ਬੇਨੰਤੀ ਮੇਰਾ ਦੁੱਖ ਸੁਖ ਤੁਧ ਹੀ ਪਾਸ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ
ਪਏ ਅਰੋਗਾ ਕੋਟ ਬਿਗਨ ਲਾਤੇ ਪ੍ਰਭ ਸ਼ਰਣਾ ਪ੍ਰਗਟੇ ਪਰੇ ਸੰਜੋਗਾ। ਪਰਮ ਸਨਮਾਨਯੋਗ ਗੁਰੂ ਰੂਪ ਗੁਰ ਖਾਲਸਾ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਦੇ ਅੰਦਰ ਆਪਾਂ ਅੰਮ੍ਰਿਤ ਵੇਲੇ ਦੀ ਹਾਜ਼ਰੀ ਵਿੱਚ ਜੁੜ ਬੈਠੇ ਹਾਂ। ਸਤਿਗੁਰ ਜੀ ਨੇ ਨਜ਼ਰੇ ਕਰਮ ਕੀਤੀ ਹੈ। ਅੰਮ੍ਰਿਤ ਵੇਲੇ ਦਾ ਜੋ ਸਮਾਂ ਸਾਨੂੰ ਬਖਸ਼ਿਸ਼ ਕੀਤਾ ਹੈ, ਇਸ ਦੇ ਅੰਦਰ ਵੀ ਆਪਾਂ ਨੇ ਸਤਿਗੁਰ ਦਾ ਸ਼ੁਕਰਾਨਾ ਕਰਨਾ ਹੈ। ਸਤਿਗੁਰ ਕਹਿੰਦੇ ਜਦੋਂ ਵੀ ਮੈਂ ਤੇਰੇ ਦਰ ਤੇ ਆਉਣਾ ਹਾਂ ਉਹ ਸਮਾਂ ਵਡਭਾਗੀ ਹੈ। ਉਸ ਸਮੇਂ ਨੂੰ ਵਡਭਾਗੀ ਸਮਾਂ ਕਿਹਾ ਗਿਆ ਜਿਸ ਸਮੇਂ ਦੇ ਅੰਦਰ ਆਪਾਂ ਗੁਰੂ ਦਰਬਾਰ ਵਿੱਚ ਆ ਕੇ ਮਿਲ ਕੇ ਬੈਠੇ, ਗੁਰਮਤਿ ਦੇ ਵਿਚਾਰ ਹੋਈ, ਉਹ ਸਮਾਂ ਵਡਭਾਗੀ ਹੈ। ਸਤਿਗੁਰ ਤੇ ਕਹਿੰਦੇ ਨੇ ਅੰਮ੍ਰਿਤ ਵੇਲੇ ਹੀ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ। ਅੰਮ੍ਰਿਤ ਵੇਲੇ ਕਹਿੰਦੇ ਨੇ ਉੱਠ ਕੇ ਇਸ਼ਨਾਨ ਕਰਕੇ ਸਿਮਰਨ ਦੇ ਵਿੱਚ ਜੁੜ ਜਾ। ਉਹ ਵੱਖਰੀ ਗੱਲ ਹੈ। ਇਸ਼ਨਾਨ ਕਰਕੇ ਅਸੀਂ ਕਈ ਵਾਰੀ ਇਸ਼ਨਾਨ ਕਰਨ ਤੋਂ ਪਹਿਲਾਂ ਹੀ ਜਲ ਪਾਣੀ ਛਕ ਲੈਨੇ ਆ ਕਿ ਸਤਿਗੁਰੂ ਕਹਿੰਦੇ ਨੇ ਗੁਰਸਿੱਖ ਦਾ ਇੱਕ ਫਰਜ਼ ਹੈ, ਜਿਤਨਾ ਚਿਰ ਜਪ ਦਾ ਪਾਠ ਨਾ ਕਰ ਲਈਏ ਉਤਨਾ ਚਿਰ ਰਸਨਾ ਤੇ ਕੁਝ ਵੀ ਲਾਇਆ ਨਾ ਜਾਏ। ਸ਼ੁੱਧ ਰਸਨਾ ਦੇ ਨਾਲ, ਸੁੱਚੀ ਰਸਨਾ ਦੇ ਨਾਲ ਗੁਰਬਾਣੀ ਪੜ੍ਹੀ ਜਾਏ, ਸੁਣੀ ਜਾਏ ਕਿ ਉਹ ਰਸਨਾ ਪਵਿੱਤਰ ਹੋ ਜਾਂਦੀ ਹੈ। ਉਹ ਬਾਣੀ ਪੜ੍ਹੀ ਸਾਡੀ ਸਫਲ ਹੈ। ਇਸ ਲਈ ਸਤਿਗੁਰ ਨੇ ਸਮਝਾਇਆ ਸੂਚੀ ਭਈ ਰਸਨਾ ਨਾਮ ਕਹਿਤ ਗੋਬਿੰਦ ਕਾ। ਇਹ ਰਸਨਾ ਸੂਚੀ ਉਦੋਂ ਹੀ ਹੋਈ ਹੈ ਜਦੋਂ ਇਸ ਨੇ ਹਰੀ ਦੇ ਨਾਮ ਨੂੰ ਜਪਿਆ, ਹਰੀ ਦੇ ਨਾਮ ਨੂੰ ਦਿਨ ਰਾਤ ਗਾਇਆ ਹੈ, ਤੇ ਇਹ ਜੋ ਰਸਨਾ ਹੈ ਇਹ ਸੁੱਚੀ ਹੋ ਗਈ ਹੈ। ਨਿਤ ਰਸਨਾ ਦਿਨ ਰਾਤ ਸਵਾਦਾਂ ਵਿੱਚ ਲੱਗੀ ਹੋਈ ਹੈ। ਉਸ ਰਸਨਾ ਨੂੰ ਸਤਿਗੁਰ ਨੇ ਸੂਚੀ ਨਹੀਂ ਕਿਹਾ ਜਿਹੜੀ ਸੰਸਾਰਕ ਰਸਾਂ ਵਿੱਚ ਲੱਗੀ ਹੋਈ ਹੈ। ਇੱਥੇ ਸਤਿਗੁਰ ਜੀ ਨੇ ਉਸ ਰਸਨਾ ਨੂੰ ਧਨ ਕਿਹਾ ਹੈ, ਸੂਚੀ ਕਿਹਾ ਹੈ, ਜਿਸ ਰਸਨਾ ਨੇ ਅੰਮ੍ਰਿਤ ਵੇਲੇ ਤੋਂ ਹੀ ਇਸ਼ਨਾਨ ਕਰਕੇ ਜਪ ਦਾ ਪਾਠ ਆਰੰਭ ਕਰ ਦਿੱਤਾ। ਉਸ ਤੋਂ ਬਾਅਦ ਸੰਸਾਰਕ ਸਵਾਦਾਂ ਵਿੱਚ ਲੱਗੀ ਹੈ, ਉਹ ਰਸਨਾ ਧਨ ਹੈ। ਇਸ ਲਈ ਸਤਿਗੁਰ ਕਹਿੰਦੇ ਨੇ ਹੇ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਜੇ ਆਪਾਂ ਕਹੀਏ ਗੁਰਬਾਣੀ ਪੜ੍ਹਨ ਤੋਂ ਬਾਅਦ ਸਾਨੂੰ ਹੋਰ ਰਸਾਂ ਦਾ ਸਵਾਦ ਲੱਗ ਰਿਹਾ ਹੈ, ਤੇ ਸਮਝ ਲੈਣਾ ਅਜੇ ਰਸਨਾ ਸੰਸਾਰਕ ਸਵਾਦਾਂ ਵਿੱਚ ਹੀ ਲੱਗੀ ਹੈ, ਇਹਨੂੰ ਅਜੇ ਗੁਰਬਾਣੀ ਦਾ ਰਸ ਨਹੀਂ ਆਇਆ। ਜਦੋਂ ਇਸ ਨੂੰ ਗੁਰਬਾਣੀ ਦਾ ਰਸ ਆਣਾ ਆਰੰਭ ਹੁੰਦਾ ਹੈ, ਸਤਿਗੁਰ ਕਹਿੰਦੇ ਨੇ ਫਿਰ ਇਹ ਸੰਸਾਰਕ ਸਵਾਦਾਂ ਤੋਂ ਮੁਕਤ ਹੋ ਜਾਂਦੀ ਹੈ। ਜਿਸ ਤਰ੍ਹਾਂ ਪ੍ਰੀਤ ਦੀ ਮਾਤਾ ਬਹੁਤ ਹੀ ਛੋਟਾ ਬੱਚਾ ਹੈ ਤੇ ਸਰੀਰ ਵੀ ਉਹਦਾ ਬਹੁਤ ਕਮਜ਼ੋਰ ਹੈ। ਬਾਬਾ ਫਰੀਦ ਛੋਟੀ ਅਵਸਥਾ ਦੇ ਅੰਦਰ ਬਹੁਤ ਹੀ ਕਮਜ਼ੋਰ ਸਰੀਰ ਸੀ। ਮਾਤਾ ਦੇ ਮਨ ਵਿੱਚ ਆਇਆ ਇਹਨੂੰ ਮੈਂ ਸੂਰਮਾ ਤੇ ਨਹੀਂ ਬਣਾ ਸਕਦੀ, ਨਾ ਇਹਨੂੰ ਕੋਈ ਯੋਧਾ ਬਣਾ ਸਕਦੀ ਹਾਂ, ਇਹਨੂੰ ਮੈਂ ਅੱਲਾਹ ਤਾਲਾ ਦਾ ਭਗਤ ਬਣਾ ਦੇਣੀ ਹਾਂ। ਇਹਦੇ ਨਾਲ ਇਹਦਾ ਜੀਵਨ ਵੀ ਸਫਲ ਹੋ ਜਾਏਗਾ ਤੇ ਸੰਸਾਰ ਤੇ ਆਇਆ ਇਹਦਾ ਹੈ, ਇਹਨੂੰ ਬਾਰ-ਬਾਰ ਭਟਕਣਾ ਨਹੀਂ ਪਏਗਾ, ਯਾਤਰਾ ਸਫਲ ਕਰਕੇ ਸੰਸਾਰ ਤੋਂ ਕੂਚ ਕਰੇਗਾ, ਅੱਲਾਹ ਤਾਲਾ ਦੀ ਬੰਦਗੀ ਦਿਨ ਰਾਤ ਕਰੇਗਾ। ਤੇ ਇੱਕ ਦਿਨ ਮਾਤਾ
ਫਰੀਦ ਨੂੰ ਬੁਲਾ ਕੇ ਕਹਿੰਦੀ ਹੈ, ਫਰੀਦ ਤੂੰ ਸਾਰਾ ਦਿਨ ਖੇਡਦਾ ਰਹਿਣਾ ਹੈ ਤੇ ਤੂੰ ਅਜੇ ਨਮਾਜ਼ ਪੜ੍ਹਨੀ ਸ਼ੁਰੂ ਨਹੀਂ ਕੀਤੀ, ਤੇ ਇੱਕ ਟਾਈਮ ਨਮਾਜ਼ ਪੜ੍ਹਿਆ ਕਰ। ਅੱਗੋਂ ਛੋਟਾ ਜਿਹਾ ਬੱਚਾ ਕਹਿੰਦਾ, ਹੇ ਮਾਂ, ਜੇ ਮੈਂ ਅੱਲਾਹ ਤਾਲਾ ਦੀ ਨਮਾਜ਼ ਪੜਾਂਗਾ ਤੇ ਅੱਲਾਹ ਤਾਲਾ ਮੈਨੂੰ ਦੇਵੇਗਾ ਕੀ? ਹਰ ਇੱਕ ਬੱਚਾ ਸਵਾਲ ਕਰਦਾ ਹੈ, ਪਿਤਾ ਜਦੋਂ ਕੰਮ ਕਹਿੰਦਾ ਹੈ, ਪਿਤਾ ਜੀ ਇਹ ਮੈਂ ਕੰਮ ਕਰਾਂਗਾ ਤੇ ਮੈਨੂੰ ਕੀ ਮਿਲੇਗਾ? ਤੇ ਅੱਜ ਕੱਲ੍ਹ ਦੇ ਲਾਲਚ ਮਾਇਆ ਦਾ ਦਿੱਤਾ ਜਾਂਦਾ ਹੈ ਵੀ ਤੈਨੂੰ ਆਹ ਖਿਡੌਣਾ ਲੈ ਕੇ ਦੇ ਦੇਵਾਂਗਾ ਜਾਂ ਮੋਬਾਈਲ ਲੈ ਕੇ ਦੇ ਦੇਵਾਂਗਾ। ਇਸ ਤਰ੍ਹਾਂ ਦੇ ਲਾਲਚ ਦਿੱਤੇ ਜਾਂਦੇ ਨੇ, ਉਹ ਵੀ ਸੰਸਾਰਕ ਕੰਮਾਂ ਦੇ ਵਾਸਤੇ। ਪਾਠ ਕਰਨ ਦਾ ਲਾਲਚ ਕੋਈ ਪਰਿਵਾਰ ਦਿੰਦਾ ਹੋਵੇਗਾ, ਵੱਖਰੀ ਗੱਲ ਹੈ, ਨਹੀਂ ਤੇ ਐਸਾ ਲਾਲਚ ਕੋਈ ਵੀ ਨਹੀਂ ਦਿੰਦਾ। ਔਰ ਜਿਹੜੇ ਪਰਿਵਾਰ ਦੇ ਅੰਦਰ ਬੱਚੇ ਨੂੰ ਕੋਈ ਦੇ ਕੇ ਇਸ ਪਾਸੇ ਲਾਇਆ ਜਾਂਦਾ ਹੈ, ਮੈਂ ਕਹਿੰਦਾ ਉਹ ਪਰਿਵਾਰ ਧੰਤਾ ਦਾ ਪਾਤਰ ਹੈ, ਸਤਿਕਾਰਯੋਗ ਹੈ, ਜਿਨ੍ਹਾਂ ਬੱਚਿਆਂ ਨੂੰ ਗੁਰਬਾਣੀ ਨੂੰ ਪੜ੍ਹਾਉਣ ਦੇ ਵਾਸਤੇ ਕੋਈ ਲਾਲਚ ਦੇ ਦਿੱਤਾ। ਲਾਲਚ ਦੇ ਵਿੱਚ ਲੱਗ ਕੇ ਜਦੋਂ ਬੰਦੇ ਦੀ ਸੁਰਤ ਇਸ ਪਾਸੇ ਜੁੜ ਜਾਂਦੀ ਹੈ ਤੇ ਸਤਿਗੁਰ ਕਹਿੰਦੇ ਨੇ ਉਹਦਾ ਜਪਿਆ ਸਫਲ ਹੋ ਜਾਂਦਾ ਹੈ। ਤੇ ਫਰੀਦ ਦੀ ਮਾਂ ਕਹਿੰਦੀ ਹੈ, ਫਰੀਦ ਜੇ ਤੂੰ ਅੱਲਾਹ ਤਾਲਾ ਦੀ ਨਮਾਜ਼ ਪੜ੍ਹੇਗਾ, ਤੇ ਮਾਂ ਕਹਿੰਦੀ ਹੈ, ਬੱਚੇ ਮਿੱਠੇ ਦੇ ਬੜੇ ਸ਼ੌਕੀਨ ਨੇ, ਤੇ ਕਹਿੰਦੀ ਹੈ ਤੈਨੂੰ ਅੱਲਾਹ ਤਾਲਾ ਸ਼ੱਕਰ ਦੇਗਾ। ਫਰੀਦ ਬੜਾ ਹੈਰਾਨ ਹੋਇਆ ਕਿ ਮੈਂ ਨਮਾਜ਼ ਪੜਾਂਗਾ ਤੇ ਮੈਨੂੰ ਸ਼ੱਕਰ ਮਿਲੇਗੀ। ਤੇ ਉਹਨੇ ਕਹਿੰਦੇ ਨੇ ਨਮਾਜ਼ ਜਿਸ ਮਸੂਲੇ ਤੇ ਪੜਦਾ ਸੀ, ਜਿਸ ਪਾਸੇ ਮੂੰਹ ਚੜ੍ਹਦੇ ਵਾਲੇ ਨੂੰ ਮੂੰਹ ਕਰਕੇ ਉਹਨਾਂ ਨੇ ਪੜ੍ਹਨੀ, ਤੇ ਮਾਤਾ ਨੇ ਪਿੱਛੋਂ ਮਸੂਲੇ ਦੇ ਥੱਲੇ ਕਹਿੰਦੇ ਕੋਲੀ ਵਿੱਚ ਸ਼ੱਕਰ ਪਾ ਕੇ ਰੱਖ ਦੇਣੀ। ਸ਼ੱਕਰ ਪਾ ਕੇ ਰੱਖ ਦੇਣੀ, ਨਮਾਜ਼ ਪੜ੍ਹ ਕੇ ਹਟਣਾ ਤੇ ਆਪਣਾ ਜੋ ਮਸੂਲਾ ਚੁੱਕਦਾ ਸੀ ਤੇ ਥੱਲੇ ਸ਼ੱਕਰ ਮਿਲਣੇ ਤੇ ਬੜਾ ਖੁਸ਼ ਹੋਣਾ ਵੀ ਅੱਲਾਹ ਤਾਲਾ ਦੀ ਮੈਂ ਨਮਾਜ਼ ਪੜ੍ਹਨਾ ਤੇ ਅੱਲਾਹ ਤਾਲਾ ਮੈਨੂੰ ਸ਼ੱਕਰ ਦੇ ਰਿਹਾ ਹੈ। ਤੇ ਇਸ ਦਾ ਕਰਦਿਆਂ ਕਿਤਨੇ ਕਈ ਦਿਨ ਬਤੀਤ ਹੋ ਗਏ। ਇੱਕ ਨਮਾਜ਼ ਪੜ੍ਹਨੀ ਆਰੰਭ ਕਰ ਦਿੱਤੀ, ਇੱਕ ਟਾਈਮ ਸ਼ੱਕਰ ਮਿਲ ਰਹੀ ਹੈ ਤੇ ਬਹੁਤ ਖੁਸ਼ ਹੈ। ਤੇ ਇੱਕ ਦਿਨ ਮਾਂ ਕਹਿੰਦੀ ਹੈ ਹੁਣ 2 ਨਮਾਜ਼ਾਂ ਕਰਿਆ ਕਰ, ਅੱਲਾਹ ਤਾਲਾ ਹੋਰ ਪ੍ਰਸੰਨ ਹੋਏਗਾ। ਤੇ ਅੱਗੋਂ ਫਰੀਦ ਕਹਿੰਦਾ ਜੇ 2 ਵਾਰੀ ਨਮਾਜ਼ ਪੜਾਂਗਾ ਤੇ ਸ਼ੱਕਰ 2 ਵਾਰੀ ਮਿਲੇਗੀ। ਮਾਂ ਕਹਿੰਦੀ ਹਾਂ ਇਹਨੂੰ 2 ਵਾਰੀ ਸ਼ੱਕਰ ਮਿਲੇਗੀ। ਇਸ ਤਰ੍ਹਾਂ ਮਾਤਾ ਨੇ ਲਾਲਚ ਦੇ ਕੇ ਕਹਿੰਦੇ ਨੇ ਫਰੀਦ ਨੂੰ ਜਦੋਂ ਇਸ ਪਾਸੇ ਲਾਇਆ, 2 ਨਮਾਜ਼ੀ ਹੋਇਆ ਤੇ ਮਨ ਵਿੱਚ ਆਇਆ ਮੈਂ 3 ਨਮਾਜ਼ਾਂ ਪੜ੍ਹਨੀਆਂ ਸ਼ੁਰੂ ਕਰ ਦੇਵਾਂ ਤੇ ਸ਼ੱਕਰ ਮੈਨੂੰ 3 ਵਾਰੀ ਮਿਲਣੀ, ਆਪਣੇ ਆਪ ਆਰੰਭ ਹੋ ਜਾਣੀ ਹੈ। ਇਸ ਤਰ੍ਹਾਂ ਕਹਿੰਦੇ ਨੇ ਬਾਬਾ ਫਰੀਦ ਇੱਕ ਨਮਾਜ਼ ਤੋਂ ਸ਼ੁਰੂ ਹੋਇਆ ਤੇ ਨਮਾਜ਼ੀ ਬਣਦਾ 5 ਨਮਾਜ਼ੀ ਬਣ ਗਿਆ। 5 ਵਾਰੀ ਸ਼ੱਕਰ ਮਿਲਣੀ ਆਰੰਭ ਹੋ ਗਈ ਤੇ ਫਰੀਦ ਬੜਾ ਪ੍ਰਸੰਨ ਵੀ ਦਿਨ ਵਿੱਚ ਮੈਂ 5 ਵਾਰੀ ਨਮਾਜ਼ ਪੜ੍ਹਦਾ। ਮੁਸਲਮਾਨਾਂ ਦੇ ਅੰਦਰ ਇੱਕ ਪੱਕਾ ਹੀਲਾ ਹੈ, ਇਹ ਦੁਕਾਨ ਤੇ ਬੈਠੇ ਹੋਣ, ਅੱਤ ਦੀ ਇਹਨਾਂ ਕੋਲ ਭੀੜ ਲੱਗੀ ਹੋਵੇ, ਪਰ ਇਹਨਾਂ ਨੇ ਸਮਾਂ ਕੱਢ ਕੇ ਅੰਦਰ ਜਾ ਕੇ ਨਮਾਜ਼ ਪੜ੍ਹ ਕੇ ਆ ਕੇ ਫਿਰ ਦੁਕਾਨ ਤੇ ਬੈਠ ਜਾਣਾ ਹੈ। ਜੇ ਕਿਤੇ ਗੱਡੀ ਵਿੱਚ ਸਫ਼ਰ ਕਰ ਰਹੇ ਨੇ, ਨਮਾਜ਼ ਦਾ ਸਮਾਂ ਹੋ ਗਿਆ ਹੈ ਤੇ ਉਹਨਾਂ ਨੇ ਉੱਥੇ ਮਸੂਲਾ ਵਿਛਾ ਕੇ ਨਮਾਜ਼ ਪੜ੍ਹਨੀ ਆਰੰਭ ਕਰ ਦੇਣੀ ਹੈ। ਇਹ ਕਿਤੇ ਵੀ ਜਾ ਰਹੇ ਨੇ, ਮੋਟਰਸਾਈਕਲ ਤੇ ਜਾ ਰਹੇ ਨੇ, ਉੱਥੇ ਮੋਟਰਸਾਈਕਲ ਖਿਲਾਰ ਕੇ ਇਹਨਾਂ ਨੇ ਨਮਾਜ਼ ਪੜ੍ਹਨੀ ਆਰੰਭ ਕਰ ਦੇਣੀ ਹੈ। ਮੁਸਲਮਾਨ ਜੋ 5 ਨਮਾਜ਼ੀ ਪੱਕਾ ਹੈ, ਅੱਲਾਹ ਤਾਲਾ ਦੀ ਉਹਦੇ ਤੇ ਹਮੇਸ਼ਾ ਹੀ ਨਜ਼ਰੇ ਕਰਮ ਬਣੀ ਰਹਿੰਦੀ ਹੈ। ਸਾਨੂੰ ਸਤਿਗੁਰ ਨੇ 2 ਟਾਈਮ ਦਾ ਆਗਿਆ ਦਿੱਤੀ ਹੋਈ ਹੈ, ਅਸੀਂ 2 ਟਾਈਮ ਗੁਰੂ ਦਰਬਾਰ ਵਿੱਚ ਆ ਕੇ ਜੁੜ ਨਹੀਂ ਸਕਦੇ। 2 ਟਾਈਮ ਜੁੜਨਾ ਸਾਨੂੰ ਬਹੁਤ ਜ਼ਿਆਦਾ ਮੁਸ਼ਕਲ ਲੱਗਦਾ ਹੈ। ਅਸੀਂ ਕਿੰਨੇ ਪਤਾ ਨਹੀਂ ਕਿਤਨਾ ਵੱਡਾ ਅਸੀਂ ਕੰਮ ਕਰ ਦੇਣਾ ਗੁਰਦੁਆਰੇ ਆ। ਸਤਿਗੁਰ ਕਹਿੰਦੇ ਨੇ ਉਹਨਾਂ ਨੂੰ ਵੇਖੋ ਜਿਹੜੇ ਦਿਨ ਰਾਤ 5 ਨਮਾਜ਼ਾਂ ਕਰਦੇ ਨੇ। ਈਸਾਈ ਆਪਣੇ ਧਰਮ ਦਾ ਪ੍ਰਚਾਰ ਦਿਨ ਰਾਤ ਸੜਕਾਂ ਤੇ ਖਲੋ ਕੇ ਕਰਦੇ ਨੇ, ਕਿਉਂਕਿ ਉਹਨਾਂ ਨੂੰ ਆਪਣੇ ਧਰਮ ਦੇ ਨਾਲ ਪਿਆਰ ਹੈ। ਸਾਨੂੰ ਕੇਵਲ ਤੇ ਕੇਵਲ ਦਾਤੇ ਤੋਂ ਮੰਗਣ ਤੱਕ ਪਿਆਰ ਹੈ। ਜਦੋਂ ਮਿਲ ਜਾਂਦਾ ਹੈ ਤੇ ਦਾਤੇ ਨੂੰ ਵੀ ਵਿਸਾਰ ਕੇ ਅਸੀਂ ਉਹਨਾਂ ਵਿੱਚ ਮਸਤ ਹੋ ਜਾਂਦੇ ਹਾਂ ਜੋ ਸਤਿਗੁਰ ਸਾਨੂੰ ਖਿਡੌਣੇ ਦਿੰਦਾ ਹੈ। ਇਸ ਲਈ
ਸਿੱਖ ਧਰਮ ਦੇ ਅੰਦਰ ਅਸੀਂ ਦਿਨੋਂ ਦਿਨ ਗੁਰੂ ਤੋਂ ਪਿਛੜਦੇ ਜਾਂਦੇ ਹਾਂ, ਦੁੱਖ ਪਾਈ ਜਾਂਦੇ ਹਾਂ, ਪਰ ਸਾਡੇ ਅੰਦਰ ਸਿਮਰਨ ਦੀ ਜੋ ਅਵਸਥਾ ਹੈ ਅਜੇ ਤੱਕ ਨਹੀਂ ਬਣੀ। ਇਸ ਲਈ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਇਹ ਮਨ ਜਦੋਂ ਤੂੰ ਪੰਜ ਨਮਾਜ਼ੇ ਬਣ ਜਾਏਗਾ ਤੇ ਫਿਰ ਕਹਿੰਦੇ ਨੇ ਤੇਰਾ ਜੋ ਜੀਵਨ ਹੈ ਇਹ ਸਫਲ ਹੋ ਜਾਏਗਾ। ਜਦੋਂ ਕਹਿੰਦੇ ਨੇ ਫਰੀਦ ਪੰਜ ਨਮਾਜ਼ੇ ਬਣ ਗਿਆ, ਕਈ ਦਿਨ ਪੰਜ ਨਮਾਜ਼ਾਂ ਕਰਦਾ ਰਿਹਾ। ਇੱਕ ਦਿਨ ਮਾਤਾ ਨੇ ਸ਼ੱਕਰ ਰੱਖੀ ਹੈ ਤੇ ਫਰੀਦ ਸ਼ੱਕਰ ਖਾਣੇ ਭੁੱਲ ਗਿਆ ਤੇ ਮਾਤਾ ਨੇ ਆਵਾਜ਼ ਮਾਰੀ, ਕਹਿਣ ਲੱਗੀ, ਫਰੀਦ ਅੱਜ ਤੂੰ ਸ਼ੱਕਰ ਨਹੀਂ ਖਾਣੀ। ਅੱਗੋਂ ਕਹਿੰਦੇ ਨੇ ਫਰੀਦ ਨੇ ਆਵਾਜ਼ ਜੋ ਮਾਂ ਨੂੰ ਸਮਝਾਈ ਤੇ ਕਿਹਾ, ਹੇ ਮਾਂ, ਜਿਹੜੀ ਤੂੰ ਸ਼ੱਕਰ ਰੋਜ਼ ਰੱਖਦੀ ਹੈ, ਇਸ ਤੋਂ ਜ਼ਿਆਦਾ ਮੈਨੂੰ ਹੁਣ ਆਨੰਦ ਆ ਗਿਆ ਹੈ, ਹੁਣ ਇਹ ਸ਼ੱਕਰ ਦੀ ਲੋੜ ਨਹੀਂ ਹੈ। ਮਾਤਾ ਕਹਿੰਦੀ ਹੈ ਕਿਤੇ ਐਵੇਂ ਨਾ ਕਹਿੰਦਾ ਹੋਵੇ ਕੱਲ ਨੂੰ ਨਵਾਜ਼ਾ ਪਰਨੀਆਂ ਛੱਡ ਦੇਵੇ ਤੇ ਕਹਿੰਦੀ ਹੈ ਤੈਨੂੰ ਸ਼ੱਕਰ ਚੰਗੀ ਨਹੀਂ ਲੱਗਦੀ ਤੇ ਤੈਨੂੰ ਖੰਡ ਦੇ ਦੇਵਾਂ। ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਂਜਾ ਦੁੱਧ। ਜੇ ਤੈਨੂੰ ਸ਼ੱਕਰ ਚੰਗੀ ਨਹੀਂ ਲੱਗਦੀ ਸ਼ਹਿਦ ਲਿਆ ਕੇ ਦੇ ਦੇਵਾਂ। ਤੇ ਬਾਬਾ ਫਰੀਦ ਕਹਿੰਦੇ ਨੇ ਇਹਨਾਂ ਦਾ ਰਸ ਮੈਨੂੰ ਹੁਣ ਚੰਗਾ ਨਹੀਂ ਲੱਗਦਾ। ਜਿਨ੍ਹਾਂ ਨੂੰ ਗੁਰਬਾਣੀ ਦਾ ਰਸ ਆ ਗਿਆ ਹੈ, ਤੁਸੀਂ ਦੇਖੋਗੇ ਉਹ ਨਾ ਸੰਸਾਰਿਕ ਸਵਾਦਾਂ ਵਿੱਚ ਖਚਤ ਨੇ, ਉਹਨਾਂ ਨੂੰ ਨਾ ਕੋਈ ਸਬਜ਼ੀ ਦੇ ਸਵਾਦ ਦਾ ਪਤਾ ਹੈ, ਨਾ ਸੰਸਾਰਕ ਦੇ ਮੋਹ ਦਾ ਪਤਾ ਹੈ। ਉਹ ਕੇਵਲ ਤੇ ਕੇਵਲ ਦੋਨੋਂ ਟਾਈਮ ਨਾਮ ਰਸ ਦਾ ਭੋਜਨ ਛਕ ਕੇ ਆਪਣਾ ਜੀਵਨ ਸਫਲ ਕਰਦੇ ਨੇ। ਉਹਨਾਂ ਨੂੰ ਸੰਸਾਰਕ ਰਸ ਭੁੱਲ ਜਾਂਦੇ ਨੇ। ਇਸ ਲਈ ਸਤਿਗੁਰ ਕਹਿੰਦੇ ਨੇ ਜਿਨ੍ਹਾਂ ਦੇ ਰਸਨਾ ਤੇ ਇੱਕ ਵਾਰੀ ਪਰਮਾਤਮਾ ਦੇ ਨਾਮ ਦਾ ਰਸ ਆ ਗਿਆ, ਸਤਿਗੁਰ ਕਹਿੰਦੇ ਨੇ ਉਹ ਰਸਨਾ ਧਨ ਹੈ। ਉਸ ਰਸਨਾ ਨੂੰ ਸਤਿਗੁਰ ਨੇ ਧਨ ਕਿਹਾ ਹੈ। ਇਸ ਲਈ ਸਤਿਗੁਰ ਕਹਿੰਦੇ ਨੇ ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੇ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕੀਤਾ ਜਿਚਰ ਹਰ ਰਸ ਪੱਲੇ ਨਾ ਪਾਵੇ। ਜਿੰਨਾ ਚਿਰ ਅਸੀਂ ਹਰੀ ਦੇ ਨਾਮ ਦਾ ਰਸ ਨਹੀਂ ਚੱਕਦੇ, ਉਤਨਾ ਤੇਰੇ ਸਵਾਦਾਂ ਹੀ ਵਿੱਚ ਲੱਗੀ ਰਹੇਗੀ। ਜਦੋਂ ਇਸ ਨੂੰ ਸੰਸਾਰ ਤੇ ਵਿਚਰਦਿਆਂ ਹੋਇਆਂ ਨਾਮ ਰਸ ਸਿਮਰਨ ਦਾ ਰਸ ਆ ਗਿਆ, ਜਿਸ ਤਰ੍ਹਾਂ ਬੈਠੇ ਆ ਸਿਮਰਨ ਕਰਨਾ ਆਰੰਭ ਕਰ ਦਿੱਤਾ, ਸਮਝਣਾ ਉਦੋਂ ਕਿ ਸਾਡੀ ਹਾਜ਼ਰੀ ਲੱਗਣੀ ਆਰੰਭ ਹੋ ਜਾਣੀ ਹੈ। ਇਸ ਲਈ ਯਤਨ ਆਪਾਂ ਨੇ ਕਰਨਾ ਹੈ ਹਰੀ ਦੇ ਨਾਮ ਦਾ ਰਸ ਇਸ ਰਸਨਾ ਨੂੰ ਦਿੱਤਾ ਜਾਏ ਤੇ ਫਿਰ ਤੁਸੀਂ ਦੇਖੋਗੇ ਜੀਵਨ ਕਾਲ ਦੇ ਅੰਦਰ ਤੁਹਾਡੇ ਆਨੰਦ ਹੀ ਆਨੰਦ ਹੈ। ਦੁੱਖ ਦਾ ਬੇੜਾ ਹੀ ਸਤਿਗੁਰ ਢਾ ਦਿੰਦੇ ਨੇ। ਗੁਰਬਾਣੀ ਕਹਿੰਦੀ ਹੈ ਜਿਨ੍ਹਾਂ ਨੇ ਨਾਮ ਜਪਿਆ ਹੈ ਉਹਨਾਂ ਦੇ ਵਾਸਤੇ ਸਤਿਗੁਰ ਨੇ ਕਿਰਪਾ ਕੀਤੀ ਹੈ। ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾਟੇ ਰਾ ਬੰਨਾ। ਉਹਨਾਂ ਨੂੰ ਸਤਿਗੁਰ ਨੇ ਦੁੱਖਾਂ ਦਾ ਬੰਨ ਲਾ ਦਿੱਤਾ। ਕਿਸੇ ਵੀ ਪ੍ਰਕਾਰ ਦਾ ਦੁੱਖ ਉਹਨਾਂ ਨੂੰ ਪੋ ਨਹੀਂ ਸਕਦਾ ਜਿਨ੍ਹਾਂ ਦੇ ਹਿਰਦੇ ਵਿੱਚ ਭਾਈ ਨਾਮ ਵਸਿਆ ਹੈ। ਇਸ ਲਈ ਸਤਿਗੁਰ ਕਹਿੰਦੇ ਨੇ ਦਿਨ ਰਾਤ ਨਾਮ ਦੇ ਨਾਲ ਜੁੜੋ, ਇਹੀ ਤੁਹਾਡੇ ਜੀਵਨ ਦਾ ਅਸਲੀ ਸਾਥੀ ਹੈ। ਸੰਸਾਰ ਤੇ ਨਾ ਕੋਈ ਮਿੱਤਰ ਹੈ, ਨਾ ਭੈਣ ਭਰਾ, ਨਾ ਮਾਤਾ ਪਿਤਾ। ਇਹ ਸਾਰੇ ਸੰਬੰਧ ਸੰਸਾਰਕ ਤੇ ਹੋ ਸਕਦੇ ਨੇ, ਪਰਮਾਰਥ ਦਾ ਇਹਨਾਂ ਨਾਲ ਕੋਈ ਸੰਬੰਧ ਨਹੀਂ ਹੈ। ਜੇ ਪਰਮਾਰਥ ਦੇ ਰਸਤੇ ਤੇ ਆਪਾਂ ਚੱਲੇ ਆ ਤੇ ਇਹਨਾਂ ਦੇ ਮੋਹ ਤੋਂ ਆਪਾਂ ਨੂੰ ਉੱਪਰ ਉੱਠ ਕੇ ਗੁਰੂ ਕੀ ਸੰਗਤ ਵਿੱਚ ਆਉਣਾ ਪਏਗਾ। ਜਦੋਂ ਸਾਨੂੰ ਸਮਝ ਲੱਗ ਕੇ ਗੁਰੂ ਕੀ ਸੰਗਤ ਤੋਂ ਬਿਨਾਂ ਉਧਾਰ ਨਹੀਂ ਹੈ, ਇਹ ਸਤਿਗੁਰ ਕਹਿੰਦੇ ਨੇ ਆਪਾਂ ਨਿੱਤ ਦੇ ਸਤ ਸੰਗੀ ਬਣ ਜਾਵਾਂਗੇ। ਜਿਸ ਤਰ੍ਹਾਂ ਮੁਸਲਮਾਨ ਵੀਰ ਨਿੱਤ ਪੰਜ ਨਮਾਜ਼ਾਂ ਕਰਦੇ ਨੇ ਕਿਸੇ ਵੀ ਹਾਲਤ ਵਿੱਚ ਹੋਣ, ਇਸੇ ਤਰ੍ਹਾਂ ਜਦੋਂ ਸਾਨੂੰ ਸਮਝ ਆ ਗਈ ਕਿ ਗੁਰੂ ਕੀ ਸਿਮਰਨ ਤੋਂ ਬਿਨਾਂ, ਗੁਰੂ ਕੀ ਬਾਣੀ ਤੋਂ ਬਿਨਾਂ ਆਧਾਰ ਨਹੀਂ ਹੈ, ਤੇ ਉਦੋਂ ਇਹ ਮਨ ਜੁੜ ਸਕਦਾ ਹੈ। ਸਤਿਗੁਰ ਜੀ ਨੇ ਅੱਜ ਦਾ ਜੋ ਹੁਕਮਨਾਮਾ ਹੈ ਇਹਦੇ ਅੰਦਰ ਵੀ ਸਾਨੂੰ ਬਹੁਤ ਸੁੰਦਰ ਸਮਝਾਉਣਾ ਕੀਤਾ ਹੈ। ਇਹਦੇ ਅੰਦਰ ਆ ਸਤਿਗੁਰ ਸਾਨੂੰ ਕੀ ਸਮਝਾ ਰਹੇ ਨੇ? ਪਰਮਾਤਮਾ ਦੀ ਸਿੱਧ ਸਲਾਹ ਕੀਤੀ ਹੈ ਕਿ ਪਰਮਾਤਮਾ ਅਸੀਂ ਹੁਣ ਦੇਖ ਰਹੇ ਹਾਂ। ਅੱਜ ਹੀ ਅਸੀਂ ਕਾਇਮ ਕੀਤਾ ਹੈ ਕਿ ਇਹ ਤੁਰਗਰ ਰਾਹ ਤੋਂ ਕਾਇਮ ਹੈ। ਇਹ ਅੱਜ ਸਤਿਗੁਰ ਨੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸਮਝਾ ਰਹੇ ਨੇ। ਆਓ ਸਾਰੇ ਹੀ ਮਿਲ ਕੇ ਪੜ੍ਹਦੇ ਹਾਂ, ਮਿਲ ਕੇ ਰਸਨਾ ਪਵਿੱਤਰ ਕਰਦੇ ਹਾਂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਗ ਸ੍ਰੀ ਮਹੱਲਾ ਪੰਜਵਾ।
ਲੋਕਾਂ ਨਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਲੋਕ ਆਦਿ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ। ਸਿਮਰੰਤ ਸੰਤ ਸਰਬਤ ਰਮਣ ਨਾਨਕ ਅਗਨਾਸਨ ਜਗਦੀਸ਼ਰ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਅੱਜ ਦੇ ਮੁੱਖ ਵਾਕ ਦੇ ਅੰਦਰ ਜੈਤਸਰੀ ਰਾਗ ਦੇ ਅੰਦਰ ਸਾਨੂੰ ਸਮਝਾਉਣਾ ਕੀਤਾ ਹੈ। ਇਹ ਮੁੱਖ ਵਾਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 705 ਅੰਕ ਤੇ ਸੁਭਾਇਮਾਨ ਹੈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੈਤਸਰੀ ਮਹੱਲਾ ਪੰਜਵਾਂ ਸ਼ਲੋਕਾਂ ਨਾਲ ਰਾਗ ਜੈਤਸਰੀ ਵਿੱਚ ਹੈ ਤੇ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ ਤੇ ਵਾਰ ਤੇ ਸ਼ਲੋਕ ਸਮੇਤ ਇਹ ਸਤਿਗੁਰੂ ਜੀ ਨੇ ਉਚਾਰਨ ਕੀਤੀ ਹੈ। ਸਤਿਗੁਰੂ ਜੀ ਨੇ ਅੰਦਰ ਸਮਝਾਉਣਾ ਕੀਤਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਇੱਕ ਹੈ ਅਤੇ ਇਹ ਸਤਿਗੁਰ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ। ਅੱਗੇ ਹੁਣ ਸਤਿਗੁਰੂ ਜੀ ਇਹ ਸਮਝਾ ਰਹੇ ਨੇ ਆਦਿ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ। ਹੁਣ ਕਈ ਵਾਰੀ ਆਪਾਂ ਅਖੰਡ ਪਾਠ ਸਾਹਿਬ ਰੱਖਦੇ ਹਾਂ ਤੇ ਜਦੋਂ ਇਹ 705 ਆਉਂਦਾ ਹੈ ਤੇ ਆਪਾਂ ਮੱਧ ਦੀ ਅਰਦਾਸ ਕਰਨੀ ਆਰੰਭ ਕਰ ਦਿੰਦੇ ਹਾਂ। ਗੁਰਮਤਿ ਦੇ ਅੰਦਰ ਮੱਧ ਦੀ ਅਰਦਾਸ ਦਾ ਅਜੇ ਕੋਈ ਪ੍ਰਕਰਨ ਪੂਰਨ ਕੀਤਾ ਗਿਆ। ਇਹ ਜੋ ਆਦਿ ਪੂਰਨ ਮੱਧ ਪੂਰਨ ਹੈ ਇਹ ਪਰਮਾਤਮਾ ਨੂੰ ਸੁਭਾਇਮਾਨ ਕੀਤਾ ਹੈ। ਆਪ ਤੋਂ ਭਾਵ ਹੈ ਜਗਤ ਜਦੋਂ ਤੋਂ ਸ਼ੁਰੂ ਹੋਇਆ ਹੈ। ਜਦੋਂ ਤੋਂ ਜਗਤ ਆਰੰਭ ਹੋਇਆ ਪਰਮਾਤਮਾ ਦੀ ਹਸਤੀ ਉਦੋਂ ਤੋਂ ਮੌਜੂਦ ਹੈ। ਇਹ ਨਹੀਂ ਕਿ ਆਪਾਂ ਸੰਸਾਰ ਤੇ ਹੁਣ ਆਏ ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਨਮਸਕਾਰ ਕਰਦੇ ਹਾਂ ਤੇ ਪਰਮਾਤਮਾ ਹੁਣ ਹੀ ਮੌਜੂਦ ਹੋਇਆ। ਸਤਿਗੁਰ ਕਹਿੰਦੇ ਨਹੀਂ, ਇਹ ਆਦਿ ਕਾਲ ਤੋਂ ਜਦੋਂ ਤੋਂ ਸੰਸਾਰ ਤੇ ਸ੍ਰਿਸ਼ਟੀ ਪੈਦਾ ਹੋਈ ਹੈ ਉਦੋਂ ਤੋਂ ਸਾਹਿਬ ਪਰਮਾਤਮਾ ਮੌਜੂਦ ਹੈ। ਆਦਿ ਪੂਰਨ ਜਗਤ ਦੇ ਸ਼ੁਰੂ ਤੋਂ ਹੀ ਪਰਮਾਤਮਾ ਮੌਜੂਦ ਹੈ। ਪੂਰਨ ਸਭ ਥਾਂ ਤੇ ਮੌਜੂਦ ਹੈ। ਮੱਧ ਤੋਂ ਭਾਵ ਹੈ ਵਿਚਕਾਰਲੇ ਸਮੇਂ ਅੰਦਰ। ਜਦੋਂ ਵਿਚਕਾਰਲਾ ਸਮਾਂ ਆਇਆ ਤੇ ਉਦੋਂ ਵੀ ਪਰਮਾਤਮਾ ਮੌਜੂਦ ਹੈ। ਅੰਤ ਤੋਂ ਭਾਵ ਹੈ ਜਗਤ ਦੇ ਮੁੱਕ ਜਾਣ ਤੋਂ ਬਾਅਦ ਵੀ ਪਰਮਾਤਮਾ ਸੰਸਾਰ ਤੇ ਮੌਜੂਦ ਰਹੇਗਾ। ਸੰਸਾਰ ਤੇ ਹਰ ਇੱਕ ਜੀਵਨ ਦੀ ਹਸਤੀ ਤੇ ਮਿਟ ਸਕਦੀ ਹੈ। ਇੱਕ ਪਰਮਾਤਮਾ ਐਸਾ ਹੈ ਜਿਹਦੀ ਹਸਤੀ ਮਿਟ ਨਹੀਂ ਸਕਦੀ। ਉਹ ਸਦਾ ਹੀ ਕਾਇਮ ਰਹਿਣ ਵਾਲਾ ਹੈ। ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਇਹ ਪਰਮਾਤਮਾ ਦੀ ਸਿਫਤ ਸਲਾਹ ਕੀਤੀ ਹੈ। ਜੇ ਮੱਧ ਦੀ ਅਰਦਾਸ ਕਰੀਏ ਤੇ 1430 ਅੰਕ ਨੇ ਤੇ ਫਿਰ 15 ਤੇ ਹੋਣੀ ਚਾਹੀਦੀ ਹੈ। ਪਰ ਅਜੇ ਮਰਿਆਦਾ ਦੇ ਅੰਦਰ ਇਹਦਾ ਕੋਈ ਪੱਕਾ ਪ੍ਰਕਰਨ ਨਹੀਂ ਬਣਾਇਆ ਗਿਆ ਕਿ ਆਪਾਂ ਮੱਧ ਦੀ ਅਰਦਾਸ 705 ਤੇ ਹੀ ਕਰਨੀ ਹੈ। ਇਸ ਤਰ੍ਹਾਂ ਦਾ ਕੋਈ ਵੀ ਪ੍ਰਕਰਨ ਨਹੀਂ ਹੈ। ਕਈ ਦੇਸ਼ਾਂ ਦੇ ਅੰਦਰ ਅਖੰਡ ਪਾਠ ਸਾਹਿਬ ਤੇ ਆਰੰਭ ਹੁੰਦਾ ਹੈ ਪਰ ਮੱਧ ਦੀ ਅਰਦਾਸ ਨਹੀਂ ਹੁੰਦੀ। ਕੇਵਲ ਤੇ ਕੇਵਲ ਨਵੇਂ ਮਹੀਨੇ ਦੇ ਸ਼ਲੋਕ ਪੜ੍ਹ ਕੇ ਕਈ ਥਾਵਾਂ ਤੇ ਰਾਗ ਮਾਲਾ ਵੀ ਨਹੀਂ ਪੜ੍ਹੀ ਜਾਂਦੀ। ਪਰ ਅਕਾਲ ਤਖਤ ਤੋਂ ਪੂਰਨ ਤੌਰ ਤੇ ਇਹ ਦਰਸਾਇਆ ਗਿਆ ਕਿ ਜਦੋਂ ਵੀ ਸਮਾਪਤੀ ਹੋਵੇ ਤੇ ਰਾਗ ਮਾਲਾ ਪੜ੍ਹ ਕੇ ਹੀ ਸਮਾਪਤੀ ਕਰਨੀ ਹੈ। ਕਿਉਂਕਿ ਇਹਦਾ ਵੀ ਅਜੇ ਪ੍ਰਕਰਨ ਪੂਰਾ ਨਹੀਂ ਕੀਤਾ ਗਿਆ ਕਿ ਇਹ ਪੜ੍ਹਨੀ ਹੈ ਕਿ ਨਹੀਂ ਪੜ੍ਹਨੀ। ਕਿਉਂਕਿ ਇਹਦੇ ਅੰਦਰ ਸੰਸਾਰ ਦੇ ਵਿਚਰਦਿਆਂ ਹੋਇਆਂ ਸਾਰੇ ਹੀ ਰਾਗਾਂ ਦੇ ਰਾਗ ਰਾਗਣੀਆਂ ਬਾਰੇ ਦੱਸਿਆ ਗਿਆ ਹੈ। ਇਹਦੇ ਅੰਦਰ ਕੋਈ ਗੁਰੂ ਜੀ ਦੀ ਬਾਣੀ ਨਹੀਂ ਹੈ। ਇਸ ਲਈ ਸਤਿਗੁਰ ਕਹਿੰਦੇ ਨੇ ਇਹਦੇ ਅੰਦਰ ਕੋਈ ਮੱਧ ਦਾ ਭਾਵ ਨਹੀਂ ਹੈ। ਸਰਵ ਵਿਆਪਕ ਪਰਮੇਸ਼ਰ ਨੂੰ ਸਿਮਰਦੇ ਰਹਿਣਾ ਹੈ ਜੋ ਕਿ ਜਗਤ ਦੇ ਸ਼ੁਰੂ ਤੋਂ ਹਰ ਥਾਂ ਤੇ ਮੌਜੂਦ ਸੀ। ਹੁਣ ਵੀ ਸਰਵ ਵਿਆਪਕ ਹੈ ਤੇ ਸਰੀਰ ਦੇ ਅਖੀਰ ਦੇ ਅੰਦਰ ਵੀ ਸਤਿਗੁਰੂ ਹਰ ਸਮੇਂ ਹਾਜ਼ਰ ਨਾਜ਼ਰ ਰਹੇਗਾ। ਉਹਦੀ ਹਸਤੀ ਮਿਟ ਨਹੀਂ ਸਕਦੀ। ਇਸ ਲਈ ਸਤਿਗੁਰੂ ਕਹਿੰਦੇ ਨੇ ਸਿਮਰੰਤ ਸੰਤ ਸਰਬਤ ਰਮਣੰ ਨਾਨਕ ਅਗਨਾਸਨ ਜਗਦੀਸ਼ਰ ਹੈ। ਸਰਬਤ ਰਮਣ ਤੋਂ ਭਾਵ ਹੈ ਹਰ ਥਾਂ ਤੇ ਵਿਆਪਕ
ਪ੍ਰਭੂ ਨੂੰ ਅਗਨਾਸ਼ ਤੋਂ ਭਾਵੈ ਪਾਪਾਂ ਦਾ ਨਾਸ਼ ਕਰਨ ਵਾਲਾ। ਸਤਿਗੁਰ ਕਹਿੰਦੇ ਨੇ, ਹੇ ਨਾਨਕ, ਉਹ ਜਗਤ ਦਾ ਮਾਲਕ ਹੈ। ਪ੍ਰਭੂ ਸਭ ਪਾਪਾਂ ਦਾ ਨਾਸ਼ ਕਰਨ ਵਾਲਾ ਹੈ। ਜਿਨ੍ਹਾਂ ਨੇ ਮਨ ਕਰਕੇ ਸਿਮਰਨ ਕੀਤਾ ਹੈ, ਸਿਮਰੰਤ ਸੰਤ ਸਰਬੱਤ ਰਮਣੰ, ਨਾਨਕ ਅਗਨਾਸਨ ਜਗਦੀਸ਼ਰੈ। ਸਤਿਗੁਰ ਕਹਿੰਦੇ ਹਨ, ਮਾਲਕ ਪ੍ਰਭੂ ਸਭ ਪਾਪਾਂ ਦਾ ਨਾਸ਼ ਕਰਨ ਵਾਲਾ ਹੈ। ਜਿਨ੍ਹਾਂ ਨੇ ਮਨ ਕਰਕੇ ਇਸ ਨੂੰ ਧਿਆਉਣਾ ਕੀਤਾ ਹੈ, ਉਹਨਾਂ ਦੇ ਸਾਰੇ ਹੀ ਪਾਪ ਸਾੜ ਕੇ ਦਾਤਾ ਸੁਆਹ ਕਰ ਦਿੰਦਾ ਹੈ। ਵੇਖਣ ਸੁਣਨ ਸੁਨਾਵਨ ਮਨ ਮੈਂ ਜੜੀ ਹੈ ਸਾਜ। ਇੱਥੇ ਹੁਣ ਸਤਿਗੁਰ ਨੇ ਸਰਬੱਤ ਪੱਕੀ ਤੌਰ ਤੇ ਸਮਝਾਇਆ ਕਿ ਉਸ ਸਦਾ ਤੇ ਰਹਿਣ ਵਾਲੇ ਪ੍ਰਭੂ ਨੂੰ ਮਨ ਵਿੱਚ ਚੰਗੀ ਤਰ੍ਹਾਂ ਧਾਰਨਾ ਕਰਨਾ ਚਾਹੀਦਾ ਹੈ, ਜੋ ਹਰ ਥਾਂ ਆਪ ਹੀ ਵੇਖਣ ਵਾਲਾ ਹੈ। ਇਹ ਨਹੀਂ ਕਿ ਆਪਾਂ ਚੰਗੇ ਕੰਮ ਕਰ ਰਹੇ ਹਾਂ, ਸਤਿਗੁਰ ਸਾਨੂੰ ਤਾਂ ਹੀ ਵੇਖ ਰਿਹਾ, ਨਹੀਂ। ਜੇ ਅਸੀਂ ਬੁਰੇ ਕਰਮ ਕਰ ਰਹੇ ਹਾਂ, ਉੱਥੇ ਵੀ ਸਤਿਗੁਰ ਹਾਜ਼ਰ ਨਾਜ਼ਰ ਹੈ। ਇਸ ਲਈ ਸਤਿਗੁਰ ਕਹਿੰਦੇ ਨੇ, ਪਾਪ ਕਮਾਵਨ ਦਿਆ ਤੇਰਾ ਕੋਈ ਨਾ ਬੇਲੀ ਨਾ। ਜੇ ਤੂੰ ਪਾਪ ਕਰ ਰਿਹਾ ਤੇ ਤੇਰਾ ਕੋਈ ਵੀ ਬੇਲੀ ਨਹੀਂ ਹੈ, ਕਿਉਂਕਿ ਉੱਥੇ ਵੀ ਪ੍ਰਮਾਤਮਾ ਤੈਨੂੰ ਵੇਖ ਰਿਹਾ ਹੈ। ਹਰ ਜਗ੍ਹਾ ਤੇ ਜਰੇ ਜਰੇ ਅੰਦਰ ਤੇਰੇ ਅੰਦਰ ਵਿਆਪਕ ਹੈ। ਤੂੰ ਚੰਗਾ ਬੋਲ ਰਿਹਾ ਤਾਂ ਵੀ ਤੈਨੂੰ ਦੇਖ ਰਿਹਾ, ਮੰਦਾ ਬੋਲ ਰਿਹਾ ਤਾਂ ਵੀ ਤੈਨੂੰ ਦੇਖ ਰਿਹਾ ਹੈ। ਤੇਰੀ ਤੱਕਣੀ ਕੈਸੀ ਹੈ, ਇਹ ਵੀ ਪਰਮਾਤਮਾ ਦੇਖ ਰਿਹਾ ਹੈ। ਉਹ ਹਰ ਥਾਂ ਤੇ ਮੌਜੂਦ ਹੈ, ਆਪ ਹੀ ਸੁਣਨ ਵਾਲਾ ਹੈ ਤੇ ਆਪ ਹੀ ਸੁਣਾਉਣ ਵਾਲਾ ਹੈ। ਸਾਡੇ ਅੰਦਰ ਆਪ ਬੋਲਦਾ ਹੈ। ਹੁਣ ਕਈ ਵਾਰੀ ਬੰਦਾ ਕਹਿੰਦਾ ਇਹ ਤੇ ਮੈਂ ਬੋਲਿਆ, ਪਰ ਨਹੀਂ, ਸਤਿਗੁਰ ਕਹਿੰਦੇ ਨੇ, ਬੋਲਾਇਆ ਬੋਲੇ ਤੇਰਾ ਤੂੰ ਸਾਹਿਬ ਗੁਣੀ ਕਹੇਗਾ। ਹੁਣ ਕਈ ਵਾਰੀ ਤੁਸੀਂ ਦੇਖਦੇ ਹੋ, ਕਈਆਂ ਦੀ ਰਸਨਾ ਤੇ ਦਿਨ ਰਾਤ ਕੌੜੀ ਵਚਨ ਬੋਲਦਾ ਹੈ। ਕਦੇ ਹੋਏਗਾ ਉਹ ਚੰਗਾ ਵਚਨ ਬੋਲਦਾ ਹੋਵੇ? ਸਤਿਗੁਰ ਕਹਿੰਦੇ ਨੇ, ਸਤਿਗੁਰ ਨੇ ਲਾਇਆ ਹੀ ਉਸ ਪਾਸੇ ਹੈ। ਉਹਨੂੰ ਬੁਲਾਉਣ ਵਾਲਾ ਵੀ ਸਤਿਗੁਰ ਆਪ ਹੈ। ਜੇ ਚੰਗਾ ਕੋਈ ਬੋਲ ਰਿਹਾ, ਉਹਦਾ ਸੰਸਾਰ ਤੇ ਸਤਿਕਾਰ ਹੈ। ਇਹ ਵੀ ਕਰਾਉਣ ਵਾਲਾ ਸਤਿਗੁਰ ਆਪ ਹੈ। ਨਾ ਤੋ ਮੂਰਖ ਨਾ ਤੋ ਸਿਆਣਾ, ਵਰਤੈ ਸਭ ਕਿਛ ਤੇਰਾ ਭਾਣਾ। ਮੂਰਖ ਵੀ ਉਹਦੇ ਭਾਣੇ ਅੰਦਰ ਹੈ ਤੇ ਸਿਆਣਾ ਵੀ ਉਹਦੇ ਭਾਣੇ ਅੰਦਰ ਹੈ। ਚਤਰਾਈਆਂ ਵੀ ਉਹਦੇ ਭਾਣੇ ਅੰਦਰ ਮਨੁੱਖ ਕਰ ਰਿਹਾ ਹੈ। ਉਸੇ ਤਰ੍ਹਾਂ ਨੂੰ ਯਾਦ ਕਰਦੇ ਨੇ ਵੀ ਚਤਰ ਪ੍ਰਾਣੀ ਆ ਰਿਹਾ, ਥੋੜਾ ਬਚ ਜਾਓ। ਬੰਦਾ ਨੂੰ ਵੇਖ ਕੇ ਕਹਿ ਦਿੰਦਾ ਵੀ ਚਤਰਾਈਆਂ ਵਾਲਾ ਪ੍ਰਾਣੀ ਆ ਰਿਹਾ, ਥੋੜਾ ਸਹਿਜ ਅਵਸਥਾ ਵਿੱਚ ਬੋਲੋ, ਕਿਤੇ ਨਿੰਦਿਆ ਚੁਗਲੀ ਨਾ ਕਰ ਦੇਵੇ। ਉਹਦਾ ਉਸੇ ਤਰ੍ਹਾਂ ਦਾ ਨਾਮ ਪੈ ਜਾਂਦਾ ਹੈ ਜਿਸ ਤਰ੍ਹਾਂ ਕੋਈ ਗੁਰੂ ਕਾ ਦਾਸ ਬਣ ਜਾਏ। ਭਾਈ ਜੇਠਾ ਜੀ ਦਾਸ ਬਣੇ ਤੇ ਰਾਮ ਦੇ ਦਾਸ, ਉਹਨਾਂ ਦਾ ਨਾਮ ਪੈ ਗਿਆ। ਇਸ ਤਰ੍ਹਾਂ ਸੇਵਾ ਕਰਦਿਆਂ ਕਰਦਿਆਂ ਜਿਸ ਤਰ੍ਹਾਂ ਦਾ ਕੋਈ ਸੰਸਾਰ ਤੇ ਕੰਮ ਕਰਦਾ ਹੈ, ਉਸੇ ਤਰ੍ਹਾਂ ਦਾ ਨਾਮ ਪੈ ਜਾਂਦਾ ਹੈ। ਤੇ ਸੰਸਾਰ ਤੇ ਵਿਚਰਦਿਆਂ ਹੋਇਆ ਸਤਿਗੁਰ ਕਹਿੰਦੇ ਨੇ, ਜਾਤਾਂ ਦਾ ਕੋਈ ਭਿੰਨ ਭੇਦ ਨਹੀਂ ਹੈ। ਹੁਣ ਕੋਈ ਨੀਵੀਂ ਜਾਤ ਵਾਲਾ ਉੱਚੇ ਪਦਵੀ ਤੇ ਜਾ ਕੇ ਬੈਠ ਜਾਂਦਾ, ਜਿਹਨੂੰ ਅਸੀਂ ਵੇਖ ਕੇ ਨਹੀਂ ਸਿਖਾਉਂਦੇ। ਜਦੋਂ ਉੱਚੀ ਪਦਵੀ ਤੇ ਬੈਠਦਾ ਤੇ ਉਹਦਾ ਜਾ ਕੇ ਅਸੀਂ ਸਤਿਕਾਰ ਵੀ ਕਰਦੇ ਹਾਂ। ਉਹਦਾ ਸਤਿਕਾਰ ਵੀ ਕੀਤਾ ਜਾਂਦਾ ਹੈ, ਉਹਨੂੰ ਨਮਸਕਾਰ ਵੀ ਕੀਤੀ ਜਾਂਦੀ ਹੈ। ਜਿਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਚਮਾਰ ਹੈ ਤੇ ਛੋੜਾ ਹੈ, ਆਪਾਂ ਉਹਨੂੰ ਬੁਲਾਉਂਦੇ ਤੱਕ ਨਹੀਂ। ਜਦੋਂ ਕੋਈ ਉੱਚੀ ਅਵਸਥਾ ਤੇ ਬੈਠ ਜਾਂਦਾ ਹੈ ਤੇ ਸਤਿਗੁਰ ਕਹਿੰਦੇ ਨੇ ਉਹਦਾ ਸਤਿਕਾਰ ਵੀ ਹੁੰਦਾ ਹੈ ਤੇ ਉਹਨੂੰ ਅਸੀਂ ਨਮਸਕਾਰ ਵੀ ਕਰਦੇ ਹਾਂ। ਕਿਉਂਕਿ ਪਰਮਾਤਮਾ ਨੇ ਜਿਸ ਤਰ੍ਹਾਂ ਦੀ ਕਿਸੇ ਨੂੰ ਰੋਜੀ ਦਿੱਤੀ ਹੈ, ਉਸ ਤਰ੍ਹਾਂ ਦਾ ਉਹਨੂੰ ਆਸਣ ਮਿਲ ਜਾਂਦਾ ਹੈ। ਇਸੇ ਤਰ੍ਹਾਂ ਸਤਿਗੁਰ ਕਹਿੰਦੇ ਨੇ, ਪੂਰ ਰਹਿਓ ਸਰਬਤਰ ਮੈਂ ਨਾਨਕ ਹਰ ਰੰਗ ਰਾਚ। ਸਤਿਗੁਰ ਕਹਿੰਦੇ ਨੇ, ਉਸ ਹਰੀ ਦੀ ਪਿਆਰੀ ਯਾਦ ਵਿੱਚ ਇਹ ਭਾਈ ਨਾਨਕ ਲੀਨ ਹੋ ਜਾ। ਉਹਦੀ ਯਾਦ ਵਿੱਚ ਦਿਨ ਰਾਤ ਲੀਨ ਹੈ। ਜਿਸ ਤਰ੍ਹਾਂ ਆਪਾਂ ਸੰਸਾਰ ਤੇ ਹੋਰਾਂ ਨੂੰ ਯਾਦ ਕਰਦੇ ਹਾਂ, ਸਾਰਾ ਦਿਨ ਯਾਦ ਕਰਦੇ ਨੇ। ਅੱਜ ਮੈਨੂੰ ਸੰਸਾਰ ਦੇ ਵਿਚਰਦਿਆਂ ਕਹਿ ਦੇਣਾ ਵੀ ਬੜੀ ਯਾਦ ਆ ਰਹੀ ਹੈ ਕਿਸੇ ਦੀ, ਇਸੇ ਤਰ੍ਹਾਂ ਸਾਨੂੰ ਪਰਮਾਤਮਾ ਦੀ ਯਾਦ ਆ ਰਹੀ। ਤੇ ਫਿਰ ਜੋ ਸਾਡਾ ਜੀਵਨ ਹੈ ਸਤਿਗੁਰ ਦੇ ਲੇਖੇ ਲੱਗ ਜਾਏਗਾ, ਕਿਉਂਕਿ ਉਹ ਹਰ ਥਾਂ ਤੇ ਮੌਜੂਦ ਹੈ। ਪੌੜੀ ਦੇ ਅੰਦਰ ਸਮਝਾਇਆ ਹੈ, ਹਰ ਏਕ ਨਰੰਜਨ ਗਾਈਐ ਸਭ ਅੰਤਰ ਸੋਈ। ਨਰੰਜਨ ਤੋਂ ਭਾਵ ਹੈ ਨਿਰੰਜਨ, ਕਾਲਕ ਤੋਂ ਰਹਿਤ। ਇੱਕ ਪਰਮਾਤਮਾ ਸਤਿਗੁਰ ਕਾਲਕ ਤੋਂ ਰਹਿਤ ਹੈ, ਨਹੀਂ ਤੇ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਕਾਲਕ ਲੱਗੀ ਹੋਈ ਹੈ। ਜਦੋਂ ਅਸੀਂ ਮਾਇਆ ਗਿਣਦੇ ਹਾਂ ਤੇ ਮਾਇਆ ਗਿਣਦੇ ਤੁਸੀਂ ਦੇਖੋਗੇ ਹੱਥ ਕਾਲੇ ਹੋਣੇ ਸ਼ੁਰੂ ਹੋ ਜਾਂਦੇ ਨੇ। ਕਿਉਂਕਿ ਸੰਸਾਰ ਦੀ ਜਿਤਨੀ ਵੀ ਮਾਇਆ ਹੈ, ਇਹਦੇ ਨਾਲ ਕਾਲਕ ਹੀ ਲੱਗਦੀ ਹੈ। ਕਿ ਸਤਿਗੁਰ ਦਾ ਨਾਮ ਧਨ ਐਸਾ ਹੈ ਜਿਹਨੂੰ ਜਪਣ ਦੇ ਨਾਲ ਸਾਡੇ ਅੰਦਰੋਂ ਕਾਲਕ ਖਤਮ ਹੋ ਜਾਂਦੀ ਹੈ।
ਇਹ ਕੇਵਲ ਸਤਿਗੁਰ ਦਾ ਖਜ਼ਾਨਾ ਹੈ। ਇਸ ਲਈ ਸਤਿਗੁਰ ਕਹਿੰਦੇ ਨੇ ਜੋ ਪ੍ਰਭੂ ਮਾਇਆ ਤੋਂ ਨਿਰਲੇਪ ਹੈ, ਸਿਰਫ ਉਸੇ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਉਹੀ ਸਭ ਜੀਵਾਂ ਦੇ ਅੰਦਰ ਮੌਜੂਦ ਹੈ। ਕਰਨ ਕਾਰਨ ਸਮਰੱਥ ਪ੍ਰਭ ਜੋ ਕਰੈ ਸੋ ਹੋਈ। ਇੱਥੇ ਹੁਣ ਸਤਿਗੁਰ ਕਹਿੰਦੇ ਨੇ ਉਹ ਪ੍ਰਭੂ ਸਾਰੇ ਜਗਤ ਦਾ ਮੂਲ ਹੈ। ਜੇ ਮੂਲ ਦੇ ਨਾਲ ਜੁੜੇ ਰਹੀਏ ਤੇ ਸਤਿਗੁਰ ਕਹਿੰਦੇ ਨੇ ਬਚ ਜਾਏਗਾ ਹੈ। ਜਿਹੜੀ ਟਾਹਣੀ ਦੇ ਨਾਲੋਂ ਪੱਤਾ ਟੁੱਟ ਗਿਆ, ਉਹ ਪੱਤਾ ਅੱਜ ਵੀ ਗਿਆ ਤੇ ਕੱਲ ਵੀ ਗਿਆ, ਉਹ ਨੇਸ ਤੋਂ ਅਨੁਭੂਤ ਹੋ ਜਾਂਦਾ ਹੈ। ਜਿਹੜੀ ਮੂਲ ਦੇ ਨਾਲੋਂ ਫਲ ਟੁੱਟ ਜਾਂਦਾ ਹੈ, ਜਿਤਨਾ ਚਿਰ ਟਾਹਣੀ ਦੇ ਨਾਲ ਆਪਣੇ ਮੂਲ ਦੇ ਨਾਲ ਜੁੜਿਆ ਹੈ, ਉਹ ਹਰਾ ਭਰਾ ਹੈ। ਜਿਸ ਤਰ੍ਹਾਂ ਹੀ ਮੂਲ ਦੇ ਨਾਲ ਟੁੱਟਦਾ ਹੈ ਪੱਤਾ, ਤੁਸੀਂ ਦੇਖਦੇ ਹੋ ਇੱਕ ਦਿਨ 2 ਦਿਨ ਬਾਅਦ ਉਹ ਪੈਰਾਂ ਵਿੱਚ ਰੁਲ ਰੁਲ ਕੇ ਮਿੱਟੀ ਦੇ ਨਾਲ ਮਿੱਟੀ ਹੋ ਜਾਂਦਾ ਹੈ। ਉਹਦੀ ਹਸਤੀ ਮਿਟ ਜਾਂਦੀ ਹੈ। ਜਿਹੜਾ ਮੂਲ ਦੇ ਨਾਲ ਟੁੱਟ ਜਾਂਦਾ ਹੈ, ਮੂਲ ਹੈ ਸਾਡਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਇਸ ਮੂਲ ਦੇ ਨਾਲ ਜੁੜ ਕੇ ਹੀ ਆਪਾਂ ਨੇ ਜੀਵਨ ਬਤੀਤ ਕਰਨਾ ਹੈ। ਉਹ ਪ੍ਰਭੂ ਸਾਰੇ ਜਗਤ ਦਾ ਮੂਲ ਹੈ, ਸਭ ਕਿਸਮਾਂ ਦੀ ਤਾਕਤ ਦਾ ਮਾਲਕ ਹੈ। ਜਗਤ ਵਿੱਚ ਉਹੀ ਕੁਝ ਹੁੰਦਾ ਹੈ ਜੋ ਪਰਮਾਤਮਾ ਪ੍ਰਭੂ ਕਰਦਾ ਹੈ। ਖਿਨ ਮੈਂ ਥਾਪੂ ਥਾਪਦਾ ਤਿਸ ਬਿਨ ਨਹੀਂ ਕੋਈ। ਇੱਕ ਪਲਕ ਦੇ ਅੰਦਰ ਜੀਵਾਂ ਨੂੰ ਪੈਦਾ ਕਰ ਦਿੰਦਾ ਹੈ ਤੇ ਇੱਕ ਪਲਕ ਦੇ ਅੰਦਰ ਨਾਸ਼ ਕਰ ਦਿੰਦਾ ਹੈ। ਆ ਦੇਖੋ ਹੁਣ ਪਿੱਛੇ ਪਾਣਾ ਵਰਤਿਆ, ਇੱਕ ਪਲਕ ਦੇ ਅੰਦਰ ਕਿਤਨਾ ਕੁਝ ਹੋ ਗਿਆ ਹੈ। ਨੌਜਵਾਨ ਬੱਚੇ ਇੱਕ ਸਕਿੰਟ ਦੇ ਅੰਦਰ, ਜਿਨ੍ਹਾਂ ਨੂੰ ਕਦੇ ਖਿਆਲ ਵੀ ਨਹੀਂ ਸੀ ਆਪਾਂ ਜਿਸ ਜਗ੍ਹਾ ਆਏ ਹਾਂ ਇੱਥੇ ਵੀ ਇਸ ਤਰ੍ਹਾਂ ਹੋ ਸਕਦਾ ਹੈ। ਇੱਕ ਸਕਿੰਟ ਦੇ ਅੰਦਰ ਸਵਾਸਾਂ ਦੀ ਪੂੰਜੀ ਸਮਾਪਤ ਹੋਈ। ਪਰਿਵਾਰ ਨੂੰ ਵਿਛੋੜਾ ਦੇ ਕੇ ਨੌਜਵਾਨ ਬੱਚੇ ਚਲੇ ਗਏ। ਇਸ ਤਰ੍ਹਾਂ ਸਤਿਗੁਰ ਦੀ ਇਹ ਭਾਣੇ ਦੇ ਅੰਦਰ ਹੀ ਸਾਰੀ ਸ੍ਰਿਸ਼ਟੀ ਚੱਲ ਰਹੀ ਹੈ। ਉਹਦੇ ਭਾਣੇ ਦੇ ਅੰਦਰ ਚੱਲ ਕੇ ਸਤਿਗੁਰ ਕਹਿੰਦੇ ਨੇ ਜੀਵਨ ਬਤੀਤ ਕਰ, ਅੰਤ ਸਮੇਂ ਦਾ ਕੋਈ ਪਤਾ ਨਹੀਂ ਕਿਸ ਸਮੇਂ ਆ ਜਾਣਾ ਹੈ। ਉਹ ਇੱਕ ਪਲਕ ਦੇ ਅੰਦਰ ਸੰਸਾਰ ਤੇ ਪੈਦਾ ਕਰਦਾ ਹੈ, ਇੱਕ ਪਲਕ ਦੇ ਅੰਦਰ ਸੰਸਾਰ ਤੋਂ ਕੂਚ ਕਰਾ ਦਿੰਦਾ ਹੈ। ਇਹ ਵੀ ਹਸਤੀ ਉਸ ਪ੍ਰਮਾਤਮਾ ਦੀ ਹੈ। ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ। ਸਭ ਦੇਸ਼ਾਂ ਵਿੱਚ ਸਾਰੇ ਬ੍ਰਹਮੰਡ ਵਿੱਚ ਹੇਠਲੀ ਧਰਤੀ ਹੈ ਜਿੱਥੇ ਜੰਜੀਰਿਆਂ ਵਿੱਚ ਸਾਰੇ ਹੀ ਜਗਤ ਵਿੱਚ ਪ੍ਰਭੂ ਆਪ ਵਿਆਪਕ ਹੈ। ਅਖੀਰ ਤੇ ਸਮਝਾਉਂਦੇ ਹਨ ਜਿਸ ਆਪ ਬੁਝਾਏ ਸੋ ਬੁਝ ਸੀ, ਨਿਰਮਲ ਜਨ ਸੋਈ। ਜਿਸ ਮਨੁੱਖ ਨੂੰ ਇਹ ਸਮਝ ਸਤਿਗੁਰ ਦਿੰਦਾ ਹੈ, ਉਸ ਨੂੰ ਸਮਝ ਆ ਜਾਂਦੀ ਹੈ ਕਿ ਮਨੁੱਖਾ ਹੀ ਜੀਵਨ ਇੱਕ ਪਵਿੱਤਰ ਜੀਵਨ ਹੈ। ਜੇ ਅਸੀਂ ਗੁਰੂ ਦੇ ਲੜ ਲੱਗ ਕੇ ਇਸ ਨੂੰ ਬਤੀਤ ਕਰਦੇ ਹਾਂ, ਸਤਿਗੁਰ ਜੀ ਜਦੋਂ ਇਹ ਸਾਨੂੰ ਸਮਝਾਉਂਦੇ ਨੇ, ਇਹ ਸਮਝ ਆ ਜਾਏ ਤਾਂ ਅਸੀਂ ਸਤਿਗੁਰ ਦੀ ਹਸਤੀ ਨੂੰ ਜਾਣ ਸਕਦੇ ਹਾਂ। ਉਹਦੀ ਹਸਤੀ ਹੈ ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਆਦ ਕਾਲ ਤੋਂ ਸਤ ਸੀ, ਅੱਜ ਵੀ ਮੌਜੂਦ ਹੈ। ਜਿਹੜਾ ਸਮਾਂ ਬਤੀਤ ਹੋ ਚੁੱਕਾ ਹੈ ਉਦੋਂ ਵੀ ਪਰਮਾਤਮਾ ਮੌਜੂਦ ਸੀ। ਇਸ ਲਈ ਭਾਈ ਸਮੇਂ ਸਿਰ ਆ ਕੇ ਗੁਰੂ ਕੀ ਸੰਗਤ ਵਿੱਚ ਜੁੜਨਾ ਹੈ। ਜੁੜਿਆ ਹੀ ਭਾਈ ਆਨੰਦ ਹੈ। ਨਹੀਂ ਤੇ ਹਸਤੀ ਆਪਣੀ ਦਿਨ ਰਾਤ ਅਸੀਂ ਸੰਸਾਰਕ ਮੋਹ ਵਿੱਚ ਗਵਾ ਰਹੇ ਹਾਂ। ਕੁਛ ਵੀ ਲਾਭ ਮਿਲਣ ਵਾਲਾ ਨਹੀਂ ਹੈ। ਸਤਿਗੁਰ ਕਿਰਪਾ ਕਰਨ, ਦੋਨੋਂ ਟਾਈਮ ਜੁੜ ਕੇ ਇਸ ਜੀਵਨ ਨੂੰ ਸਫਲ ਕਰੀਏ। ਗਾਵਿਆ ਸੁਣਿਆ ਦਰਗਾਹ ਦੇ ਵਿੱਚ ਲਿਖੇ ਪਏ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਬੇਨਤੀ ਹੈ, ਆਪ ਜੀ ਗੁਰਮਤਿ ਚੈਨਲ ਆਲ ਇੰਡੀਆ ਸਿੱਖ ਫੈਡਰੇਸ਼ਨ ਦੇ ਫੇਸਬੁੱਕ ਪੇਜ ਔਰ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਤੇ ਕਮੈਂਟਸ ਕਰਿਆ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਾਈਵ ਦੇਖਣ ਲਈ ਜੁੜੇ ਰਹੋ ਆਲ ਇੰਡੀਆ ਸਿੱਖ ਫੈਡਰੇਸ਼ਨ ਦੇ ਫੇਸਬੁੱਕ ਪੇਜ ਤੇ YouTube।